ਸ਼ਹੀਦ ਕੌਮ ਦੀ ਜਿੰਦ ਜਾਨ ਹੁੰਦੇ ਨੇ। ਸ਼ਹਾਦਤ ਕਿਸਮਤ ਵਾਲਿਆਂ ਨੂੰ ਹੀ ਮਿਲਦੀ ਹੈ। ਸ਼ਹੀਦਾਂ ਦਾ ਨਾਮ ਰਹਿੰਦੀ ਦੁਨੀਆ ਤੱਕ ਰਹਿੰਦਾ ਹੈ। ਇਹੋ ਜਿਹੀਆਂ ਕਈ ਗੱਲਾਂ ਸੁਣਾ ਕੇ, ਕਈ ਲਾਈਨਾਂ ਬੋਲ ਕੇ ਸਾਨੂੰ ਪੁਜਾਰੀ ਹੱਦ ਤੱਕ ਕਰਦਾ ਆ ਰਿਹਾ ਹੈ ਟ੍ਰੈਪਡ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਜੀ ਦਾ ਸਵਾਗਤ ਹੈ ਜੀ ਸਾਡੀ ਸੀਰੀਜ਼ ਟ੍ਰੈਪ ਦੇ ਵਿੱਚ। ਜੂਨ ਦਾ ਮਹੀਨਾ ਚੱਲਦਾ ਪਿਆ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੂਨ 84 ਦੀ ਗੱਲ ਕੀਤੀ ਜਾਂਦੀ ਹੈ। ਉਹੀ ਮੁੱਦਾ ਵਾਪਸ ਚੁੱਕਿਆ ਜਾਂਦਾ ਹੈ ਜੂਨ 84 ਦਾ। ਪੋਲੀਟੀਕਲੀ ਤਾਂ ਮੁੱਦਾ ਚੁੱਕਿਆ ਹੀ ਜਾਂਦਾ ਹੈ। ਆਪਣੇ ਬੈਨੀਫਿਟ ਵਾਸਤੇ ਪੋਲੀਟੀਸ਼ੀਅਨ ਨੂੰ ਪ੍ਰੋਪਰ ਯੂਜ਼ ਕਰਦੇ ਹੈ। ਪਰ ਇਹ ਮੁੱਦਾ ਸਾਡੇ ਆਗੂਆਂ ਵੱਲੋਂ, ਸਾਡੇ ਪ੍ਰਚਾਰਕਾਂ ਵੱਲੋਂ, ਰਾਗੀਆਂ ਢਾਡੀਆਂ ਵੱਲੋਂ ਪੂਰਾ ਯੂਜ਼ ਕੀਤਾ ਜਾਂਦਾ ਹੈ ਇਨਕਮ ਵਾਸਤੇ। ਕਿਸੇ ਦਾ ਉਸ ਚੀਜ਼ ਨਾਲ ਕੋਈ ਕੰਸਰਨ ਨਹੀਂ। ਕੀ ਸਿੱਟੇ ਨਿਕਲੇ, ਕੀ ਹੋਇਆ, ਕੀ ਬੀਤੀ, ਉਸ ਚੀਜ਼ ਨਾਲ ਕਿਸੇ ਨੂੰ ਕੋਈ ਮਤਲਬ ਨਹੀਂ। ਸਿਰਫ ਤੇ ਸਿਰਫ ਆਪਣੀ ਸਟੇਜ 'ਤੇ ਬੋਲ ਕੇ ਆਪਣੀ ਇਨਕਮ ਨਾਲ ਉਹਨਾਂ ਨੂੰ ਮਤਲਬ ਹੈ। ਹਰ ਸਾਲ ਇਹ ਮੁੱਦਾ ਚੁੱਕਿਆ ਜਾਂਦਾ ਹੈ। ਦੋ ਗੱਲਾਂ ਬੋਲੀਆਂ ਜਾਂਦੀਆਂ। ਪਹਿਲੀ ਗੱਲ ਕਿ ਸਰਕਾਰਾਂ ਸਾਡੇ ਨਾਲ ਧੱਕਾ ਕਰਦੀਆਂ, ਛੋਟੀ ਕੌਮਾਂ ਨਾਲ ਧੱਕਾ ਕਰਦੀਆਂ। ਦੂਸਰੀ ਗੱਲ ਕਿ ਆਪਾਂ ਜੋ ਹੈ ਹਰ ਜਗ੍ਹਾ 'ਤੇ ਡਟ ਕੇ ਖੜੇ ਹੋ ਜਾਂਦੇ ਹਾਂ, ਸਰਕਾਰਾਂ ਨਾਲ ਵੀ ਟੱਕਰਾਂ ਲੈ ਲੈਂਦੇ ਹਾਂ। ਦੋਨੋਂ ਸਟੇਟਮੈਂਟ ਆਪਸ ਦੇ ਵਿੱਚ ਕੰਟਰਾਡਿਕਟ ਕਰਦੀਆਂ। ਜਾਂ ਤਾਂ ਇੱਕ ਪਾਸੇ ਸਾਨੂੰ ਮੰਨਣਾ ਪਏਗਾ ਕਿ ਸਰਕਾਰਾਂ ਸਾਡੇ ਨਾਲ ਧੱਕਾ ਕਰਦੀਆਂ, ਜਾਂ ਇੱਕ ਤਰਫ ਹੋ ਕੇ ਇਹ ਮੰਨਣਾ ਪਏਗਾ ਕਿ ਆਪਾਂ ਸਰਕਾਰਾਂ ਦੇ ਨਾਲ ਵੀ ਟੱਕਰ ਲੈ ਲੈਂਦੇ ਹਾਂ। ਇਸ ਚੀਜ਼ ਨੂੰ ਸਮਝਦੇ ਹਾਂ ਕਿ ਇਹ ਜੋ ਸਭ ਕੁਝ ਪ੍ਰਚਾਰਿਆ ਜਾ ਰਿਹਾ ਹੈ ਸਿਰਫ ਇੱਕ ਸਟੇਜਾਂ ਵਾਸਤੇ ਕੀਤਾ ਜਾ ਰਿਹਾ ਹੈ। ਸ਼ਹੀਦ ਕਹਿ ਕੇ ਸਿਰਫ ਤੇ ਸਿਰਫ ਆਪਣੀ ਜਗ੍ਹਾਵਾਂ ਨੂੰ ਭਰਿਆ ਜਾਂਦਾ ਹੈ। ਥੋੜ੍ਹਾ ਜਿਹਾ ਆਪਾਂ ਸਿਨੈਰੀਓ ਨੂੰ ਸਮੁੱਚਤਾ ਦੇ ਨਾਲ ਦੇਖਦੇ ਹਾਂ, ਕੁਝ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਕਿਉਂਕਿ ਸਾਡੇ ਆਗੂਆਂ ਨੇ ਕਦੀ ਸਿਰਫ ਇਹਨੂੰ ਇੱਕ ਸ਼ਹੀਦ ਕਹਿ ਕੇ ਇੱਦਾਂ ਅੱਗੇ ਵਧਣਾ ਚਾਹੀਦਾ, ਕਰਨਾ ਚਾਹੀਦਾ, ਇਹ ਚੀਜ਼ਾਂ ਦਿੱਤੀਆਂ। ਉਸ ਸਿਨੈਰੀਓ ਨੂੰ ਕਦੇ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ। ਉਹਦੇ ਜੋ ਸਿੱਟੇ ਨਿਕਲੇ, ਉਹਦਾ ਜੋ ਰਿਜ਼ਲਟ ਨਿਕਲਿਆ ਉਸ ਟਾਈਮ, ਉਸ ਚੀਜ਼ ਦੇ ਬਾਰੇ ਕਦੇ ਡਿਸਕਸ਼ਨ ਨਹੀਂ ਕੀਤੀ ਜਾਂਦੀ ਕਿ ਸਾਨੂੰ ਕਿੱਦਾਂ ਠੀਕ ਤਰੀਕੇ ਨਾਲ ਕੰਮ ਕੀਤਾ। ਜੋ ਹੋਇਆ ਵਾਪਰਿਆ, ਦਰਬਾਰ ਸਾਹਿਬ 'ਤੇ ਜੋ ਹਮਲਾ ਹੋਇਆ, ਉਸ ਤੋਂ ਬਾਅਦ 'ਚੋਂ ਜੋ ਰਿਜ਼ਲਟ ਆਏ, ਸਿੱਖਾਂ ਦਾ ਘਾਣ ਹੋਇਆ ਇੰਨੀ ਵੱਡੀ ਤਾਦਾਦ ਦੇ ਵਿੱਚ, ਕਿ ਸਭ ਕੁਝ ਇੱਦਾਂ ਹੀ ਹੋਣਾ ਚਾਹੀਦਾ ਸੀ ਜਾਂ ਉਹਦਾ ਅਲੱਗ ਤਰੀਕੇ ਨਾਲ ਵੀ ਕੀਤਾ ਜਾ ਸਕਦਾ ਸੀਗਾ। ਇਸ ਸਿਨੈਰੀਓ ਨੇ ਕੋਈ ਥੋੜ੍ਹੀ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਪਿੱਛੇ ਚੱਲਦੇ ਹਾਂ। ਮਿਸਲਾਂ ਦੇ ਟਾਈਮ ਤੱਕ ਤੇ ਸੀਗਾ ਠੀਕ ਸੀ ਕਿ ਤੁਸੀਂ ਜਿਸ ਜਗ੍ਹਾ 'ਤੇ ਹਮਲਾ ਕਰਦੇ ਹੋ, ਹਮਲਾ ਕਰਤਾ, ਜਿੱਤ ਲਿਆ ਉਸ ਜਗ੍ਹਾ ਨੂੰ, ਉਹ ਜਗ੍ਹਾ ਤੁਹਾਡੀ ਹੋ ਗਈ। ਮਿਸਲਾਂ ਦੇ ਟਾਈਮ ਤੱਕ, ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੱਕ ਇਹ ਚੀਜ਼ ਚੱਲਦੀ ਆ ਰਹੀ ਸੀ। ਅਲੱਗ ਜਗ੍ਹਾ 'ਤੇ ਕਬਜ਼ਾ ਕਰ ਲਿਆ ਜਾਂਦਾ, ਜਗ੍ਹਾ ਨੂੰ ਆਪਣੇ ਵਿੱਚ ਮਿਲਾ ਲਿੱਤਾ ਜਾਂਦਾ ਸੀਗਾ। ਸੰਧੀਆਂ ਕਰਕੇ, ਵਿਆਹ ਸ਼ਾਦੀਆਂ ਕਰਕੇ, ਦੂਜੀਆਂ ਰਾਣੀਆਂ ਲਿਆ ਕੇ, ਮਤਲਬ ਸਿਰਫ ਉਹਨਾਂ ਦਾ ਤਰੀਕਾ ਇਹੀ ਸੀਗਾ ਕਿ ਉਹ ਆਪਣੀ ਜੋ ਹੈ ਸਰਹੱਦ ਨੂੰ ਵਧਾਉਣਾ, ਜਗ੍ਹਾ 'ਤੇ ਕਬਜ਼ਾ ਕਰਨਾ। ਕਿਉਂਕਿ ਸਭ ਇਹ ਜੋ ਲੜਾਈ ਲੜੀ ਜਾ ਰਹੀ ਹੈ, ਕਹੀ ਜਾ ਰਹੀ ਹੈ, ਸੁਣਾਈ ਜਾ ਰਹੀ ਹੈ, ਇਹ ਸਿਰਫ ਜਗ੍ਹਾ ਵਾਸਤੇ ਕੀਤੀ ਜਾ ਰਹੀ ਹੈ, ਅਲੱਗ ਜਗ੍ਹਾ ਵਾਸਤੇ। ਉਸ ਤੋਂ ਬਾਅਦ 'ਚੋਂ 1947 ਆਉਂਦਾ ਹੈ, ਜਦੋਂ ਪੁੱਛਿਆ ਗਿਆ, ਦੋ ਟੁਕੜੇ ਹੋ ਗਏ ਇੰਡੀਆ ਦੇ, ਹਿੰਦੁਸਤਾਨ ਪਾਕਿਸਤਾਨ। ਸਿੱਖਾਂ ਨੂੰ ਵੀ ਪੁੱਛਿਆ ਗਿਆ ਤੁਹਾਨੂੰ ਆਪਣੀ ਜਗ੍ਹਾ ਚਾਹੀਦੀ ਹੈ। ਉਦੋਂ ਸਾਡਾ ਕੋਈ ਆਗੂ ਅੱਗੇ ਨਹੀਂ ਆਇਆ, ਕਿਉਂਕਿ ਕੋਈ ਸਾਡੇ ਕੋਲ ਪਲਾਨ ਹੀ ਨਹੀਂ ਸੀਗਾ ਕਿਸ ਤਰ੍ਹਾਂ ਕੋਈ ਕੰਮ ਕਰਨਾ ਹੈ, ਸਮਝ ਹੀ ਨਹੀਂ ਸੀਗੀ। ਉਦੋਂ ਕਹਿੰਦੇ ਕਿ ਸਾਨੂੰ ਬੇਵਕੂਫ ਬਣਾ ਦਿੱਤਾ ਗਿਆ, ਸਾਨੂੰ ਗੱਲਾਂ 'ਚ ਲੈ ਲਿਆ ਗਿਆ ਕਿ ਤੁਹਾਨੂੰ ਇੱਦਾਂ ਰੱਖਾਂਗੇ, ਇੱਦਾਂ ਕਰਾਂਗੇ ਤੁਹਾਡੇ ਨਾਲ। ਜਵਾਹਰ ਲਾਲ ਨਹਿਰੂ ਨੇ ਇੱਦਾਂ ਕਮਿਟਮੈਂਟ ਕੀਤੀਆਂ, ਗਾਂਧੀ ਨੇ ਇੱਦਾਂ ਕਮਿਟਮੈਂਟ ਕੀਤੀਆਂ, ਬਾਅਦ 'ਚੋਂ ਸਭ ਭੁਲਾ ਦਿੱਤੀਆਂ ਗਈਆਂ। ਉਸ ਤੋਂ ਬਾਅਦ 'ਚੋਂ
टाइम बीतता गया, चलता गया, मुद्दा जोर पकड़ना शुरू हो गया अलग जगह का। करते करते भिंडरांवाले नूं प्रमोट किया गया। भिंडरांवाला जो है सब जानते हैं, प्रमोट किया गया कांग्रेस वालों। कांग्रेस ने अपना खड़ा किया, इनू प्रमोट किया, प्रॉपरली स्टेज दी, जगह दी बोलण वास्ते, करने वास्ते। जो सरकारां दा काम कंप्लीट हो गया, उस चीज़ को यूज़ कर लिया गया। जो देखा कि साढ़े कंट्रोल च नहीं है या साढ़े हिसाब नाल काम नहीं कर रहा, तो उन्हें खत्म करने की प्लानिंग कर ली गई। हुण इस प्लानिंग नूं जब सबनों पता सीगा उस टाइम दे विच कि दरबार साहब ते हुण हमला होने वाला है, किसी भी टाइम लगभग 1 साल पहले ये इन्फॉर्मेशन दे दी गई थी, पता लग गया सीगा सबनों कि दरबार साहब ते हमला करने की साजिश की जा रही है। यह चीज़ समझना, याद रखना इस चीज़ की गल कि यह चीज़ पता सीगी, सबनों पता थी। जरनैल भिंडरांवाले नूं यह गल पता सीगी, पर उस तो बाद भी कि दरबार साहब दे विच हथियार इकट्ठे कर लेने और सरकार नाल लड़ाई लड़नी, कि यह जायज़ सीगा? सानूं हवाला दिता जाता है कि साडे पिछले पूर्वज इदां करते आ रहे थे। वो वेला अलग सीगा, डिक्टेटरशिप जो है वो अलग सिचुएशन है, क्योंकि वंड तो बाद जो है 1947 तो बाद साडी कंट्री की होगी डैमोक्रेटिक कंट्री दे विच तुसीं जबरदस्ती किसी जगह ते कब्जा नहीं कर सकते। ईवन तुसीं छोटे जे किसी के घर के उत्ते भी कब्जा नहीं कर सकते जबरदस्ती। फिर आपां किद्दां सोच लिता कि आपां सीधा तो सीधा सरकार नाल लड़ाई लड़ के जगह ते कब्जा कर लांगे, अलग स्टेट सानूं मिल जाएगी। कि ये सोच जायज़ सीगी? चलो तुसीं सोच लिता हुण कि हाँ आपां लड़ाई लड़नी है, सरकार नाल लड़ांगे। तुसीं कहंदे आपां 2% हैगे हैं, 33-34% वो लोग हैगे ने। सानूं नहीं पता सी कि सिट्टा निकलेगा, कि रिजल्ट निकलेगा इस चीज़ का, इस लड़ाई का, कि बेनीफिट है, ये सानूं इसी तरह लड़ना चाहिए इस लड़ाई वास्ते, या कुछ होर तरीका, कुछ होर सही प्लानिंग भी हो सकती है इस चीज़ वास्ते। चलो डिसीजन ले लिता उन्होंने हुण कि आपां लड़ाई लड़नी है, या कुछ ऐसे बंदे उस जगह ते वाड़ दिते गए जो इन्होंने उस डिसीजन को लैन ते मजबूर कर दिता कि सानूं हुण लड़ाई लड़नी है। क्योंकि सरकारां भी पूरी प्लानिंग करदियां पईयां सीगियां कि किद्दां खत्म करना है, ठीक है। तो उस वास्ते भी उन्होंने अपने बंदे भी विच लगाए हुए थे डेफिनेटली, कि जो इस प्लान नूं काम कर वधान च हेल्प कर रहे थे। सिखां नूं इदां प्रमोट नहीं किया जा रहा सीगा हथियार रखण दे विच, गुंडागर्दी विच, इदां ही नहीं प्रमोट किया जाता कभी भी किसी धिर नूं। कोई ना कोई रीज़न होंदे, उहदे कारण होंदे है, और सब नूं फिर इकट्ठा करके उन्हां ते पूरा जो है उहदा यूज़ किया जाता है, एक सिनेरियो बना के पूरा डिसीजन लै लिता गया कि हुण लड़ाई लड़नी है आपां सरकार दे नाल। जगह चुनी गई दरबार साहब, जिते पूरे हथियार इकट्ठे कर लिते गए। तुसीं डिसीजन लै लिता कि लड़ाई लड़नी है, तो फिर दोबारा यह नहीं सोचा कि आपां इस जगह ते लड़ाई लड़ांगे तो डेफिनेटली कोई ना कोई नुकसान तो होएगा ही। यह तो पता सीगा कि जित नहीं सकते, इन्नी वड्डी फौज लगी हुई है, आर्मी पूरी इंडिया की लगी हुई है, ठीक है। वो एक छोटी जगह को खत्म करने कितना टाइम लगता है। तुसीं कहंदे हो सानूं गुरु घर दे नाल बहुत प्यार है, दरबार साहब दे नाल बहुत प्यार है, तो फिर सोचा नहीं कि इसका नुकसान तो डेफिनेटली होएगा ही होएगा। कहा जाता है कि उत्थे अड़ गए कि हाँ आप लड़ के ही निकलांगे, हुण आप इदा सरेंडर नहीं करांगे। देखो गल तो यह थी कि अगर यह सोचा जाता सरेंडर, अगर मान सिचुएशन यह थी दरबार साहब पर हमला होया, हमला होने तो बाद इंदिरा गांधी का कतल कर दिता गया। क्यों? क्योंकि उन्हें दरबार साहब पर हमला किया सीगा, ठीक है, सतवंत सिंह बेअंत सिंह के थ्रू। हुण जो है इस सिचुएशन अगर आप मान लो कि सरेंडर किया जाता भी नहीं, यह जगह सानू प्यारी है, साडा गुरु घर है, आप इनू बर्बाद नहीं होने देंगे। डेफिनेटली जो टैंक चलणगे, गोलियां चलणगियां तो जगह बर्बाद हो जाएगी पूरी की पूरी। आप उन्होंने बर्बाद नहीं होना देना चाहते, आप बाहर आ रहे हैं, सरेंडर कर रहे हैं,
ਸਾਡੇ ਗੁਰੂ ਘਰ ਨੂੰ ਕੋਈ ਨੁਕਸਾਨ ਨਾ ਪਹੁੰਚਾਇਆ ਜਾਏ। ਸਾਨੂੰ ਜਿੰਦ ਜਾਨ ਤੋਂ ਪਿਆਰਾ ਹੈ ਸਾਨੂੰ ਹੈ, ਪਰ ਇੱਦਾਂ ਨਹੀਂ ਹੋਇਆ। ਅਗਰ ਇੱਦਾਂ ਹੋ ਜਾਂਦਾ, ਸਰੈਂਡਰ ਹੋ ਜਾਂਦਾ, ਠੀਕ ਹੈ, ਦਰਬਾਰ ਸਾਹਿਬ 'ਤੇ ਹਮਲਾ ਨਹੀਂ ਹੁੰਦਾ ਤੇ ਉਸ ਤੋਂ ਬਾਅਦ ਇੰਦਰਾ ਗਾਂਧੀ ਦਾ ਕਤਲ ਇਸ ਤਰ੍ਹਾਂ ਨਹੀਂ ਕੀਤਾ ਜਾਂਦਾ ਤਾਂ ਜੋ ਇੰਨਾ ਕਾਂਡ ਹੋਇਆ ਸਿੱਖੀ ਦੇ, ਇੰਨੇ ਲੋਕ ਮਾਰੇ ਗਏ ਨੇ, ਉਹ ਕਦੀ ਨਹੀਂ ਮਾਰੇ ਜਾਂਦੇ। ਇੱਕ ਤਾਂ ਕਰਮਕਾਂਡਾਂ ਦੇ ਕਰਕੇ ਆਪਾਂ ਇੰਨੇ ਪਿੱਛੇ ਰਹਿ ਗਏ, ਦੂਸਰਾ ਇਹੋ ਜਿਹੀ ਜ਼ਬਰਦਸਤੀ ਦੀ ਸਾਡੇ ਉੱਪਰ ਥੋਪੀ ਗਈ ਲੜਾਈ, ਉਹ ਸਾਨੂੰ ਬਹੁਤ ਪਿੱਛੇ ਲੈ ਗਈ। ਤੁਸੀਂ ਬੈਠਿਆਂ ਨੇ ਉੱਥੇ ਡਿਸਾਈਡ ਕਰ ਲਿਆ ਕਿ ਆਪਾਂ ਲੜਨਾ, ਕਦੀ ਇਹ ਨਹੀਂ ਸੋਚਿਆ ਕਿ ਅੱਗੇ ਬਾਕੀ ਪੂਰੀ ਕੌਮ ਦਾ ਕੀ ਹੋਏਗਾ। ਇਹਨੂੰ ਕੌਮ ਦੀ ਲੜਾਈ ਕਹਿ ਕੇ ਤੁਸੀਂ ਲੜ ਲਿਆ। ਇਹ ਨਹੀਂ ਸੋਚਿਆ ਕਿ ਜੋ ਦਰਬਾਰ ਸਾਹਿਬ ਢਾਈ ਹੋਏਗਾ, ਪੂਰਾ ਬਰਬਾਦ ਹੋਏਗਾ, ਤੇ ਉਹਦਾ ਰਿਜ਼ਲਟ ਕੀ ਨਿਕਲਣਗੇ। ਭੜਕਣਗੇ ਨਹੀਂ ਲੋਕ, ਲੜਾਈਆਂ ਫਿਰ ਹੋਰ ਨਹੀਂ ਵੱਧ ਜਾਣਗੀਆਂ। ਕਿੱਥੇ ਚਲੇ ਜਾਵਾਂਗੇ ਆਪਾਂ, ਕਿਸ ਪੋਜੀਸ਼ਨ 'ਤੇ ਆ ਜਾਵਾਂਗੇ। ਕਿਉਂਕਿ ਜੋ ਆਗੂ ਹੁੰਦਾ ਉਹਦਾ ਕੰਮ ਸਿਰਫ ਖਾਲੀ ਇਹ ਨਹੀਂ ਹੁੰਦਾ। ਇੱਕ ਬਹਾਦਰ ਬੰਦਾ ਖਾਲੀ ਸਿਰਫ ਲੜਨ ਵਾਸਤੇ ਨਹੀਂ ਹੁੰਦਾ। ਬਹਾਦਰ ਇਸ ਕਰਕੇ ਨਹੀਂ ਹੁੰਦਾ ਬੰਦਾ ਕਿ ਉਹ ਖੜਾ ਹੋ ਗਿਆ, ਆਕੜ ਗਿਆ, ਲੜ ਗਿਆ, ਹਾਂ ਕਿ ਮੈਂ ਲੜ ਲਾਂਗਾ, ਇਸ ਕਰਕੇ ਨਹੀਂ। ਉਹਦੇ ਕੀ ਰਿਜ਼ਲਟ ਰਹਿਣਗੇ, ਉਸ ਤੋਂ ਬਾਅਦ ਕੀ ਹੋਏਗਾ, ਇਹ ਸਭ ਕੁਝ ਪੂਰੇ ਸਿਨੈਰੀਓ ਨੂੰ ਸਮਝ ਕੇ ਜੋ ਚੀਜ਼ ਨੂੰ ਕਰਦਾ ਹੈ ਉਹਨੂੰ ਬਹਾਦਰ ਕਿਹਾ ਜਾਂਦਾ ਹੈ। ਗੁਰੂ ਨਾਨਕ ਪਾਤਸ਼ਾਹ ਇਸ ਕਰਕੇ ਬਹਾਦਰ ਨਹੀਂ ਸੀ ਕਿ ਲੜ ਪਏ ਸੀਗੇ। ਗੁਰੂ ਅੰਗਦ ਦੇਵ ਜੀ, ਗੁਰੂ ਅਰਜਨ ਪਾਤਸ਼ਾਹ ਇਸ ਕਰਕੇ ਨਹੀਂ ਸੀਗੇ, ਉਹਨਾਂ ਦੀ ਜੋ ਹੈ ਪਲਾਨਿੰਗ ਕਰਕੇ ਸੀਗੇ। ਗੁਰੂ ਗੋਬਿੰਦ ਸਿੰਘ ਇਸ ਕਰਕੇ ਮਹਾਨ ਨਹੀਂ ਸੀਗੇ ਕਿ ਉਹ ਲੜ ਦੇ ਲੈਂਦੇ ਸੀਗੇ, ਇਸ ਕਰਕੇ ਮਹਾਨ ਸੀ ਕਿ ਉਹਨਾਂ ਦੀ ਪਲਾਨਿੰਗ, ਉਹਨਾਂ ਦੀ ਸੋਚ ਜੋ ਹੈ ਅੱਗੇ ਤੱਕ ਦੀ ਸੀਗੀ। ਸਿਰਫ ਮਰ ਜਾਣਾ ਬੰਦਾ ਮਹਾਨ ਨਹੀਂ ਹੋ ਜਾਂਦਾ, ਕਿ ਇਸ ਕਰਕੇ ਸ਼ਹੀਦ ਹੋਣਾ ਭਰਿਆ ਜਾਂਦਾ ਸਾਡੇ ਵਿੱਚ, ਜੋ ਕਿ ਸਾਡਾ ਹੈ ਹੀ ਨਹੀਂ ਗਾ। ਗੁਰੂ ਗ੍ਰੰਥ ਸਾਹਿਬ ਕਿਸੇ ਇਸ ਤਰੀਕੇ ਨਾਲ ਨਹੀਂ ਪ੍ਰਚਾਰਿਆ ਗਿਆ। ਉਹ ਜਿੱਥੇ ਮਰਨ ਦੀ ਗੱਲ ਕੀਤੀ ਗਈ ਹੈ, ਉਹ ਸਾਡੀ ਜੋ ਹੈ ਭੈੜੀ ਸੋਚ ਨੂੰ ਮਾਰਨ ਦੀ ਗੱਲ ਕੀਤੀ ਗਈ ਹੈ। ਸਾਨੂੰ ਸਭ ਨੂੰ ਪਤਾ ਹੈ ਇਸ ਚੀਜ਼ ਦੇ ਬਾਰੇ ਕਿ ਉੱਥੇ ਮਰਨਾ ਕੀ ਹੈ ਔਰ ਆਪਾਂ ਮਰਨ ਦੀ ਡੈਫੀਨੇਸ਼ਨ ਕੀ ਲਿੱਤੀ ਹੋਈ ਹੈ। ਠੀਕ ਹੈ ਜੀ, ਤੁਸੀਂ ਡਿਸਾਈਡ ਕਰ ਲਿਆ, ਹਮਲਾ ਹੋ ਗਿਆ। ਫਿਰ ਇਸ ਤੋਂ ਬਾਅਦ 'ਚੋਂ ਇਹ ਕਿਉਂ ਕਿਹਾ ਜਾਂਦਾ ਕਿ ਸਾਡੇ ਗੁਰੂ ਘਰਾਂ ਨੂੰ ਜੋ ਹੈ ਬਰਬਾਦ ਕਰ ਦਿੱਤਾ, ਕਿਉਂਕਿ ਸਾਨੂੰ ਪਤਾ ਸੀ ਹੋਣਾ ਹੀ ਹੈ ਇਸ ਚੀਜ਼ ਨੂੰ। ਫਿਰ ਇਹ ਕਿਉਂ ਪ੍ਰਚਾਰਿਆ ਜਾਂਦਾ ਹੁਣ ਕਿ ਗੁਰੂ ਘਰ 'ਤੇ ਹਮਲਾ ਕਰ ਦਿੱਤਾ ਗਿਆ। ਉਹ ਤਾਂ ਡੈਫੀਨੇਟਲੀ ਤੁਸੀਂ ਅੰਦਰ ਬੈਠੇ ਸੀਗੇ ਤਾਂ ਇੱਕ ਇਹ ਤਾਂ ਹੈ ਨਹੀਂ। ਹੁਣ 30 ਤਾਰੀਖ ਦੇ ਆਸ-ਪਾਸ ਜੋ ਹੈ ਮਿਲਟਰੀ ਆਣੀ ਸ਼ੁਰੂ ਹੋ ਗਈ। 30 ਤਾਰੀਖ ਤੋਂ ਲੈ ਕੇ 6 ਤਾਰੀਖ ਦੇ ਲਾਸਟ ਤੱਕ ਪੂਰਾ ਜੋ ਹੈ ਲੜਾਈ ਖਤਮ ਹੋ ਗਈ ਸੀਗੀ। 30 ਤਾਰੀਖ ਤੇ ਮਿਲਟਰੀ ਆਣੀ ਸ਼ੁਰੂ ਹੋ ਗਈ। 1 ਤਰੀਕ 2 ਤਰੀਕ ਤੱਕ ਪੂਰਾ ਘੇਰਾ ਪਾ ਲਿੱਤਾ ਗਿਆ, ਪੂਰਾ ਬੋਲ ਦਿੱਤਾ ਗਿਆ ਕਿ ਤੁਸੀਂ ਬਾਹਰ ਆ ਕੇ ਸਰੈਂਡਰ। ਹੈ ਨਹੀਂ ਕਿ ਇੱਕਦਮ ਆ ਕੇ ਉਹਨਾਂ ਨੇ ਹਮਲਾ ਕਰ ਦਿੱਤਾ, ਬੋਲਿਆ ਗਿਆ ਕਿ ਸਰੈਂਡਰ ਕਰ ਦਿਓ। ਡਿਸੀਜ਼ਨ ਲਿੱਤਾ ਗਿਆ ਕਿ ਨਹੀਂ ਆਪਾਂ ਲੜਾਂਗੇ ਅੰਦਰ ਨਹੀਂ। ਫਿਰ ਡਿਸੀਜ਼ਨ ਲੈ ਲਿਆ ਤੇ ਫਿਰ ਬਾਅਦ 'ਚ ਇਹ ਗੱਲ ਨਹੀਂ ਹੋਣੀ ਚਾਹੀਦੀ ਸੀਗੀ ਕਿ ਸਾਡਾ ਜੋ ਹੈ ਗੁਰੂ ਘਰ ਢਹਿ ਕਰ ਦਿੱਤਾ। ਹੋ ਗਿਆ। ਉਸ ਤੋਂ ਬਾਅਦ 'ਚ ਤੁਸੀਂ ਇੰਦਰਾ ਗਾਂਧੀ ਨੂੰ ਮਾਰਿਆ ਕੀਤਾ, ਪਲਾਨਿੰਗ ਕਰਕੇ, ਜਿੱਦਾਂ ਹੀ ਐਗਜ਼ੈਜਰੇਟ ਕੀਤਾ ਜਾਂਦਾ ਹੈ ਕਰਕੇ ਲੋਕਾਂ ਬੰਦਿਆਂ ਦੇ ਥਰੂ ਮਰਵਾਇਆ ਗਿਆ, ਬੋਡੀਗਾਰਡ ਦੇ ਥਰੂ। ਸਤਵੰਤ ਸਿੰਘ, ਬੇਅੰਤ ਸਿੰਘ, ਉਹਨੇ ਫਿਰ ਵੀ ਬੰਦਿਆਂ ਨੂੰ, ਸਿੱਖਾਂ ਨੂੰ ਆਪਣੇ ਅੰਡਰ ਰੱਖਿਆ ਹੋਇਆ ਸੀਗਾ, ਉਹਨਾਂ ਦੇ ਥਰੂ ਹੀ ਉਹਨੂੰ ਮਰਵਾਇਆ ਗਿਆ। ਅਤੇ ਉਸ ਤੋਂ ਬਾਅਦ 'ਚੋਂ ਫਿਰ ਜਦ ਸਾਡੇ ਨਾਲ ਜਦੋਂ ਹੋਇਆ, ਫਿਰ ਆਪਾਂ ਕਹਿ ਦਿੰਦੇ ਹਾਂ ਕਿ ਸਾਡੇ ਨਾਲ ਧੱਕਾ ਕੀਤਾ ਗਿਆ। ਛੋਟੀ ਕੌਮ ਦੇ ਹੋਣ ਦੇ ਕਰਕੇ ਸਾਡੇ ਨਾਲ ਧੱਕਾ ਕੀਤਾ ਗਿਆ। ਇਹ ਕਿਉਂ ਨਹੀਂ ਦੱਸਿਆ ਜਾਂਦਾ ਕਿ ਕਿਸ ਕਾਰਨ ਹੋਇਆ, ਇਹਦੇ ਪਿੱਛੇ ਜ਼ਿੰਮੇਵਾਰ ਕੌਣ ਸੀਗਾ। ਇਕੱਲੀਆਂ ਸਰਕਾਰਾਂ ਸੀਗੀਆਂ, ਸਾਨੂੰ ਸਮਝ ਨਹੀਂ ਸੀਗੀ, ਜਾਂ ਤਾਂ ਮੰਨ ਲਿੱਤਾ ਜਾਏ ਕਿ ਸਾਡੇ ਆਗੂਆਂ ਨੂੰ ਸਮਝ ਨਹੀਂ ਸੀਗੀ। ਆਗੂ ਨੂੰ ਸਮਝ ਜਦੋਂ ਨਹੀਂ ਹੁੰਦੀ, ਉਦੋਂ ਹੀ ਸਰਕਾਰਾਂ ਧੱਕਾ ਕਰ ਪਾਉਂਦੀਆਂ। ਨਹੀਂ ਤਾਂ ਸਭ ਪੂਰਾ ਕੰਸੀਕੁਐਂਸ ਇਹਦਾ ਸਭ ਕਲੀਅਰ ਸੀਗਾ ਕਿ ਲੜਾਈ ਹੋਣੀ ਹੈ ਔਰ ਇਹਦਾ ਰਿਜ਼ਲਟ ਬਹੁਤ ਬੁਰੇ ਨਿਕਲਣੇ ਹੈ। ਜੰਗ ਜਿੱਤੀ ਇੱਦਾਂ ਤਾਂ ਨਹੀਂ ਜਾ ਸਕਦੀ ਨਾ। ਤੁਸੀਂ ਕਹਿੰਦੇ 3% ਤੇ ਆਪਾਂ, ਤੇ ਇੱਕ ਛੋਟੀ ਜੀ ਡੈਫੀਨੇਟਲੀ ਨਹੀਂ ਜਿੱਤਣਾ ਸੀਗਾ। ਸਿਰਫ ਪ੍ਰਮੋਟ ਕੀਤਾ ਜਾਂਦਾ ਹੈ, ਸਾਡੇ ਸ਼ਹੀਦ ਸਟੇਜਾਂ ਤਿਆਰ ਕੀਤੀਆਂ ਜਾਂਦੀਆਂ। ਉਹ ਤਾਂ ਹੁਣ ਕਰੋਨਾ ਕਰਕੇ ਇਸ ਵਾਰੀ ਨਹੀਂ ਨਾ ਹੋ ਪਾਇਆ, ਨਹੀਂ ਤਾਂ ਹਰ ਵਾਰੀ ਸਟੇਜਾਂ ਦੇ ਨਾਲ ਹੀ ਉੱਤੇ ਪ੍ਰਚਾਰਿਆ ਜਾਂਦਾ। ਢਾਡੀ ਆ ਕੇ, ਰਾਗੀ ਆ ਕੇ ਪੂਰੇ ਜੋਰਾ ਸ਼ੋਰਾ ਨਾਲ ਕਹਿੰਦੇ ਆ, ਇੱਦਾਂ ਸ਼ਹੀਦ, ਇੱਦਾਂ ਸ਼ਹਾਦਤ। ਇਹ ਸਮਝਣਾ ਪਏਗਾ ਇਹਨਾਂ ਚੀਜ਼ਾਂ ਨੂੰ ਸਾਨੂੰ, ਕਿ ਫਿਰ ਦੁਬਾਰਾ ਇਸੇ ਚੀਜ਼ਾਂ ਨੂੰ ਫਿਰ ਭਰਿਆ ਜਾ ਰਿਹਾ, ਬੱਚਿਆਂ ਦੇ ਵਿੱਚ ਕੀਤਾ ਜਾ ਰਿਹਾ। ਜੋ ਜਵਾਨੀ ਆ ਰਹੀ ਅੱਗੇ ਦੀ, ਉਹਨੂੰ ਇਹ ਚੀਜ਼ਾਂ ਭਰੀਆਂ ਜਾ ਰਹੀਆਂ। ਉਹਨੂੰ ਸਮਝਾਉਣ ਦੀ ਲੋੜ ਹੈ ਕਿ ਭਾਈ ਇੱਦਾਂ ਨਹੀਂ ਹੋ ਸਕਦਾ। ਇਹ ਤੁਸੀਂ ਸਮਝੋ ਨਾ, ਜੋ ਸਾਡੇ ਨਾਲ ਹੋਇਆ 84 ਦਾ ਹੋਇਆ ਸੀਗਾ, ਇੱਦਾਂ ਹੋ ਚੁੱਕਿਆ ਹੈ।
ਉਹਨੂੰ ਸਹੀ ਤਰੀਕੇ ਨਾਲ ਸਮਝਾਉਣ। ਉਹ ਤੁਸੀਂ ਹਜੇ ਵੀ ਉਹੀ ਪ੍ਰਚਾਰਿਆ ਜਾਂਦਾ ਕਿ ਹਥਿਆਰਾਂ ਨਾਲ ਲੜਾਈ ਲੜਨੀ ਆਪਾਂ ਕਰਨਾ ਹੈ। ਜਗ੍ਹਾ ਵਾਸਤੇ ਖਾਲਿਸਤਾਨ ਦੀ ਗੱਲ ਕੀਤੀ, ਇਹਦੀ ਵੀ ਆਪਾਂ ਗੱਲ ਕਰਾਂਗੇ। ਅੱਜ ਦੇ ਐਪੀਸੋਡ 'ਚ ਇਹ ਗੱਲ ਨਹੀਂ ਹੋ ਪਾਏਗੀ ਕਿ ਲੰਬੀ ਹੋ ਜਾਏਗੀ, ਬਹੁਤ ਲੰਬੀ ਗੱਲ ਹੋ ਜਾਏਗੀ। ਅਗਲੇ ਐਪੀਸੋਡ 'ਚ ਆਪਾਂ ਖਾਲਿਸਤਾਨ ਦੀ ਵੀ ਗੱਲ ਕਰਾਂਗੇ ਕਿਸ ਹਿਸਾਬ ਨਾਲ ਕੀਤਾ ਜਾ ਰਿਹਾ ਹੈ। ਪਰ ਇਹ ਕਿ ਜੋ ਇਸ ਚੀਜ਼ ਨੂੰ ਪ੍ਰਮੋਟ ਕੀਤਾ ਜਾਂਦਾ ਹੈ ਸਿਰਫ ਆਪਣੀ ਜੇਬਾਂ ਭਰਨ ਵਾਸਤੇ ਪ੍ਰਮੋਟ ਕੀਤਾ ਜਾਂਦਾ ਹੈ। ਭਿੰਡਰਾਂਵਾਲੇ ਦਾ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਰਿਲੇਸ਼ਨ ਹੈਗਾ ਟਕਸਾਲ ਦੇ ਨਾਲ, ਅੰਮ੍ਰਿਤਸਰ ਦੀ ਟਕਸਾਲ ਜਿਹੜੀ ਉਹ ਪ੍ਰਮੋਟ ਕਰਦੇ। ਆਪਾਂ ਯੋਧਾ ਪੈਦਾ ਕਰਦੇ, ਯੋਧਾ ਪੈਦਾ ਕੀਤੇ ਆਪਾਂ। ਖਾਲੀ ਯੋਧਾ ਲੜਨ ਦੇ ਨਾਲ ਹੁੰਦੇ ਆ ਜਾਂ ਨਾਲ ਉਹਨਾਂ ਨੂੰ ਕੁਝ ਸਮਝਦਾਰੀ ਵੀ, ਕੁਝ ਸਮਝ ਵੀ ਹੋਣੀ ਚਾਹੀਦੀ ਉਸ ਤਰੀਕੇ ਨਾਲ, ਸਹੀ ਤਰੀਕੇ ਸਹੀ ਡਿਸੀਜ਼ਨ ਲੈਣ ਦੀ। ਇਹ ਆਪਾਂ ਡਿਸਾਈਡ ਕਰਨਾ, ਆਪਾਂ ਸੋਚਣਾ ਕਿ ਉਹ ਇਸ ਹਿਸਾਬ ਨਾਲ ਹੋਣਾ ਚਾਹੀਦਾ ਸੀਗਾ ਉਸ ਟਾਈਮ ਨਾਲ। ਇਹ ਜੋ ਕਦਮ ਚੁੱਕੇ ਗਏ ਉਹ ਸਹੀ ਕਦਮ ਚੁੱਕੇ ਗਏ। ਔਰ ਅਗਰ ਜੋ ਕੁਝ ਵੀ ਹੋ ਗਿਆ ਸਭ ਵਾਪਰ ਗਿਆ, ਖ਼ਤਮ ਹੋ ਗਿਆ। ਉਸ ਤੋਂ ਬਾਅਦ 'ਚੋਂ ਅੱਜ ਵੀ 36 ਸਾਲ ਹੋ ਗਏ ਉਸ ਚੀਜ਼ ਨੂੰ। ਕਿਸੇ ਨੇ ਸੋਚਿਆ ਕਿਸੇ ਉਹਨਾਂ ਲੋਕਾਂ ਦੇ ਬਾਰੇ, ਉਹਨਾਂ ਬਾਰੇ ਕਿਸੇ ਵਾਰ ਸਿਰਫ ਪੋਲੀਟੀਕਲੀ ਔਰ ਇਮੋਸ਼ਨਲੀ ਇਸ ਚੀਜ਼ ਨੂੰ ਯੂਜ਼ ਕੀਤਾ ਜਾ ਰਿਹਾ ਹੈ। ਸਾਡੇ ਨਾਲ ਬੱਚੇ ਪੜ੍ਹਦੇ ਰਹੇ, ਸਿੱਖੋ ਖਾਲਸਾ ਸਕੂਲ ਆਪਾਂ ਪੜ੍ਹਦੇ ਹੁੰਦੇ ਸੀਗੇ, ਬੱਚੇ ਪੜ੍ਹਦੇ ਸੀਗੇ ਸਾਡੇ ਨਾਲ। ਵਿਧਵਾ ਕਲੋਨੀ ਤੋਂ ਆਉਂਦੇ ਸੀਗੇ, ਵਿਧਵਾ ਕਲੋਨੀ ਕਿਹਾ ਜਾਂਦਾ ਸੀਗਾ ਉਹਨਾਂ ਨੂੰ, ਜਿੱਥੋਂ ਦੀ ਉਹ ਆਉਂਦੇ ਸੀਗੇ। ਉਹਨਾਂ ਦੇ ਘਰਾਂ ਦੀ ਹਾਲਾਤ ਦੇਖੀ ਹੋਈ ਹੈ। ਸਿਰਫ ਉਹਨਾਂ ਦੇ ਜ਼ਖਮ ਹਰੇ ਕਰ ਦਿੱਤੇ ਜਾਂਦੇ ਹਰ ਸਾਲ। ਇਹ ਗੱਲਾਂ ਕਰੋੜ ਕੇ ਇਹ ਨਹੀਂ ਸਮਝਾਇਆ ਜਾਂਦਾ ਕਿ ਜ਼ਿੰਮੇਵਾਰ ਕੌਣ ਸੀਗਾ ਇਹਦਾ। ਨਹੀਂ ਸਮਝਾਣਾ, ਐਟਲੀਸਟ ਇਹ ਤਾਂ ਨਾ ਕਹੋ ਕਿ ਅੱਗੇ ਤੁਸੀਂ ਇੱਦਾਂ ਹੀ ਚੱਲੋ। ਇਹ ਤਾਂ ਸਮਝਾਓ ਕਿ ਹੁਣ ਆਪਾਂ ਸਿੱਖ ਲਿਆ ਕਿ ਇਹ ਚੀਜ਼ ਇੱਦਾਂ ਹੁੰਦੀ ਹੈ, ਹੁਣ ਆਪਾਂ ਇਸ ਤਰੀਕੇ ਨਾਲ ਇਹ ਕੰਮ ਨਹੀਂ ਕਰਨੇ। ਭਾਈ ਇੱਦਾਂ ਗਲਤੀ ਦੁਬਾਰਾ ਨਾ ਕਰ ਲੈਣਾ, ਤੁਸੀਂ ਇਹਨੂੰ ਸਮਝੋ। ਇਹ ਚੀਜ਼ਾਂ ਸਾਨੂੰ ਡੀਪਲੀ ਸਮਝਣੀਆਂ ਪੈਣਗੀਆਂ, ਸਿਨੈਰੀਓ ਸਮਝਣੇ ਪੈਣਗੇ। ਸਿਰਫ ਆਪਾਂ ਜੋ ਸਟੇਜਾਂ ਤੋਂ ਸੁਣ ਕੇ ਵਾਹਿਗੁਰੂ ਵਾਹਿਗੁਰੂ ਕਹਿ ਕੇ ਸ਼ਹੀਦ ਹੋ ਗਏ, ਵਾਹਿਗੁਰੂ ਵਾਹਿਗੁਰੂ ਕਹਿ ਕੇ ਆਪਾਂ ਵਾਪਸ ਆਪਣੇ ਘਰਾਂ ਨੂੰ ਆ ਜਾਂਦੇ, ਗੋਲਕਾਂ 'ਚ ਪੈਸੇ ਪਾ ਕੇ ਉਹਨਾਂ ਦੀ ਜੇਬਾਂ ਭਰ ਕੇ ਬਸ। ਪਰ ਇਹ ਕੰਸੀਕੁਐਂਸਿਸ ਕੀ ਸੀਗੇ, ਕਿੱਦਾਂ ਸੀਗੇ, ਕਿਉਂ ਸੀਗੇ, ਇਹ ਸਭ ਸਿਨੈਰੀਓ ਨੂੰ ਸਾਨੂੰ ਸਮਝਣਾ ਪਏਗਾ। ਤਾਂ ਹੀ ਆਪਾਂ ਸਹੀ ਔਰ ਗਲਤ ਔਰ ਅੱਗੇ ਸਹੀ ਗਲਤ ਡਿਸੀਜ਼ਨ ਸਮਝ ਕੇ ਹੀ ਅੱਗੇ ਫਿਊਚਰ ਬਾਰੇ ਆਪਾਂ ਸੋਚ ਪਾਵਾਂਗੇ। ਸਹੀ ਡਿਸੀਜ਼ਨ ਆਪਾਂ ਤਾਂ ਹੀ ਲੈਣਾ। ਇਹ ਨਹੀਂ ਕਿ ਹੁਣ ਸਾਡੇ ਲੜਾਈ ਲੈ ਲਈ, ਸਿਰ ਪਾ ਲਈ ਅਤੇ ਤਾਂ ਦੇਖਿਆ ਜਾਏਗਾ। ਨਹੀਂ, ਪੂਰੀ ਪਲਾਨਿੰਗ ਨਾਲ ਕੰਮ ਕਰਨਾ ਪੈਂਦਾ ਹੈ, ਸਭ ਸੋਚਣਾ ਪੈਂਦਾ ਹੈ। ਸਭ ਚੀਜ਼ ਸਮਝਾਂਗੇ ਆਪਾਂ ਆਪਣੀ ਅਗਲੀ ਸੀਰੀਜ਼ ਦੇ ਵਿੱਚ। ਦਵੋ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।